खालसा वाहिगुरू जी की फतेह। फतेह। एक ओंकार सतनाम करता पुरख निरभउ निर्वैर अकाल मूरत आजुनी सैभं गुर प्रसाद। सत संगत जी, गुरु सानू ਗਿਆਨ ਦਾ ਪ੍ਰਸ਼ਾਦ ਦਿੰਦੇ ਰੋਜ਼। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ। ਅਗਿਆਨਤਾ ਦਾ ਹਨੇਰਾ ਸਾਡਾ ਖਤਮ ਹੋਣਾ, ਸਾਡੇ ਮਨ ਦੇ ਭਰਮ ਖਤਮ ਹੋਣੇ। ਪਰ ਜੇ ਅਸੀਂ ਬਾਣੀ ਸਮਝਾਂਗੇ, ਕਮਾਵਾਂਗੇ। ਆਓ ਸਾਧ ਸੰਗਤ ਜੀ ਅਰਦਾਸ ਕਰੀਏ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਕੋਲੇ, हे अकाल पुरख मेहर करो सानू बाणी की समझ बख्शो ते बाणी मुताबिक चलन की ताकत दिओ, बुद्धि दिओ। जो असी बाणी पढ़ीए विचारीए उसकी सानू पूरी समझ आ जाए, उस बाणी अनुसार ही चलीए। जो बाणी कहे उही ही करिए, होर किसी का कहना ना मनीए, ताकि साडा मन शांत हो जाए, संतोख च आ जाए, नाम प्राप्त हो जाए। गुरु साहब सानू अज 705 अंग ते जैतसरी राग दे विच पंजवें पातशाही दी वार है। कल साडी सोठ राग दे विच वार समाप्त हुई सी, जो 642 अंग तो लैके 654 अंग तक सी। 29 ਉਹਦੀਆਂ ਪੌੜੀਆਂ ਸੀ। ਅੱਜ ਨਵੀਂ ਵਾਰ ਸ਼ੁਰੂ ਹੋ ਰਹੀ ਹੈ ਜੋ 705 अंग ਤੇ ਹੈ। इस शब्द ते आके मध का भोग पैंदा है। जो असी अखंड पाठ साल शुरू होंदा तो 705 अंग ते यह वार शुरू होंदी तो इनू मध का भोग किया जाता है। भी सुन लो, गुरु ग्रंथ साहब का अध हो जाता है। पर देखिए शब्द की कह रहे, आप शब्द नूं समझिए, शब्द च की कह रहे गुरु साहब। हे अकाल पुरख मेहर करो, बाणी पढ़न ते उचारन दी सानू ताकत दिओ। जैतसरी महला पंजवा वार सलोका नाल। एक ओंकार सतगुर प्रसाद। सलोक आद पूरन मद पूरन अंत पूरन परमेश्वर है। सिमरंत संत ਸਰਬਤਰ ਰਮਨਨ ਨਾਨਕ ਅਗਨਾਸਨ ਜਗਦੀਸ਼ ਰਹੇ। ਪੇਖਨ ਸੁਨਨ ਸੁਨਾਮ ਨੋ मन में दृढ़िए साच। पूर रहा सर्वत्र में नानक हर रंग राज। इस श्लोक च गुरु साहब अकाल पुरख परमात्मा बारे समझा रहे हैं भी ਜਿਹੜਾ ਆਦ ਸੱਚ ਸੀਗਾ, ਜਗਾਦ ਸੱਚ ਹੈ, ਤੇ ਹੈਪੀ ਵੀ ਤੇ ਹੋਸੀ ਵੀ। ਆਦ ਪੂਰਨ ਮੱਧ ਪੂਰਨ ਅੰਤ ਪੂਰਨੇ ਪਰਮੇਸ਼ਰ ਹੈ। ਪਰਮੇਸ਼ਰ ਦੀ ਗੱਲ ਕਰਦੇ। ਪਰ ਇੱਥੇ ਇਸ ਸ਼ਬਦ ਨੇ ਕੀ ਕਿਹਾ? ਉਸ ਪਰਮਾਤਮਾ ਨੂੰ ਕਹਿੰਦੇ ਵੀ ਜਿਹੜਾ ਜਦੋਂ ਅੰਤ ਹੋ ਜਾਊਗਾ ਦੁਨੀਆ ਦਾ ਤਾਂ ਵੀ ਪੂਰਨ ਰਹਿਣਾ, ਉਹ ਪਰਮੇਸ਼ਰ ਰਹਿੰਦਾ। ਉਹਨੂੰ ਜਿਹੜਾ ਸਿਮਰੂਗਾ ਸੰਤ ਬਣ ਜਾਂਦਾ ਹੈ। ਸਿਮਰੰਤ ਸੰਤ ਸਰਬਤਰ ਰਮਨਨ। ਪਰ ਕਿਹੜਾ ਉਹ ਜਿਹੜਾ ਸਭ 'ਚ ਵਸ ਰਿਹਾ। ਹੁਣ ਪਰਮਾਤਮਾ ਬਾਰੇ ਸਾਨੂੰ ਦੱਸ ਰਿਹਾ ਵੀ ਉਹ ਪਰਮਾਤਮਾ ਜਗਤ ਦਾ ਮਾਲਕ ਹੈ। ਜਿਹਨੂੰ ਉਹਨੂੰ ਸਿਮਰਦਾ ਹੈ ਉਹਦੇ ਪਾਪ ਨਾਸ ਅਗਨਾਸਨ ਜਗਦੀਸ਼ ਰੇ। ਉਹਨੂੰ ਜਗਦੀਸ਼ ਵੀ ਕਹਿਤਾ, ਪਰਮੇਸ਼ਰ ਵੀ ਕਹਿਤਾ, ਆਦ ਪੂਰਨ ਵੀ ਕਹਿਤਾ, ਮੱਧ ਪੂਰਨ ਵੀ ਕਹਿਤਾ, ਅੰਤ ਪੂਰਨ ਵੀ ਕਹਿਤਾ। ਸਰਬਤਰ ਰਮਨਨ, ਸਭ ਦੇ ਵਿੱਚ ਵਸਣ ਵਾਲਾ, ਹਰੇਕ ਜੀਵ ਦੇ ਵਿੱਚ, ਹਰੇਕ ਕਣ ਕਣ ਦੇ ਵਿੱਚ, ਹਵਾ ਦੇ, ਪਾਣੀ 'ਚ, ਅੱਗ 'ਚ, ਆਕਾਸ਼ ਪਤਾਲ ਤੇ ਕੀੜੀ ਤੋਂ ਲੈ ਕੇ ਹਾਥੀ ਤੱਕ, ਛੋਟੇ ਜੀਵ ਤੋਂ ਲੈ ਕੇ ਵੱਡੇ ਜੀਵ ਤੱਕ ਵਸ ਰਿਹਾ, ਹਰੇਕ 'ਚ ਵਸ ਰਿਹਾ। ਉਹਦਾ ਸਿਮਰਨ ਕਰਕੇ ਸਾਡੇ ਪਾਪ ਖਤਮ ਹੋ ਜਾਂਦੇ ਆ।
ਪਰ ਅਸੀਂ ਆਦਿ ਪੂਰਨ ਮੱਧ ਪੂਰਨ ਤੋਂ ਬਸ ਸਿਰਫ ਅਸੀਂ ਇੰਨਾ ਕੁ ਮੀਨਿੰਗ ਲਿਆ ਜੀ, ਬਸ ਗੁਰੂ ਗ੍ਰੰਥ ਸਾਹਿਬ ਦਾ ਮੱਧ ਹੋ ਗਿਆ। ਜੇ ਮੱਧ ਗਿਣੀਏ ਤਾਂ 1430 ਅੰਗ ਹੈ, 715 ਅੰਗ ਤੇ ਮੱਧ ਬਣਦਾ ਜੇ ਅੰਗਾਂ ਮੁਤਾਬਕ ਲਈਏ। ਪਰ ਉਦੋਂ ਕੀ ਸੀਗਾ, 48 ਘੰਟਿਆਂ ਦੇ ਵਿੱਚ ਅਖੰਡ ਪਾਠ ਪੂਰਾ ਕਰਨਾ ਹੁੰਦਾ। ਉਹ ਇੱਕ ਟੀਚਾ ਦਿੱਤਾ ਜਾਂਦਾ ਵੀ ਤੁਸੀਂ ਇਸ 24 ਘੰਟਿਆਂ ਦੇ ਵਿੱਚ ਤੁਸੀਂ ਇੱਥੇ 705 ਅੰਗ 'ਤੇ ਪਹੁੰਚਣਾ ਹੈ। ਇਸ ਸਪੀਡ ਨਾਲ ਹੋ ਵੀ ਜਿਹੜਾ ਤੁਸੀਂ 705 'ਤੇ ਆ ਗਏ ਤਾਂ ਤੁਸੀਂ ਸਮਝ ਲਓ ਮੱਧ ਦਾ ਭੋਗ ਪੈ ਗਿਆ ਤੁਹਾਡਾ। ਗੁਰੂ ਗ੍ਰੰਥ ਸਾਹਿਬ ਅੱਧ ਤੱਕ ਪੜ੍ਹ ਲਿਆ ਤੁਸੀਂ, ਤੁਹਾਡੀ ਸਪੀਡ ਠੀਕ ਹੈ, ਨਾ ਤੁਸੀਂ ਅੱਗੇ ਆ ਨਾ ਜ਼ਿਆਦਾ ਹੈ। ਵੀ 48 ਘੰਟੇ ਹੁਣ 24 ਘੰਟੇ ਤੁਹਾਡਾ ਅੱਧ ਹੋ ਗਿਆ, ਅਗਲੇ 24 ਘੰਟੇ ਸੰਪੂਰਨ ਹੋ ਜਾਊਗਾ। ਉਹ ਇੱਕ ਨਿਸ਼ਾਨੀ ਸੀ ਬਸ ਵੀ ਠੀਕ ਹੈ ਜੀ, ਇੱਥੋਂ ਤੱਕ ਆਪਾਂ ਇਹਨੂੰ ਪੜ੍ਹਨਾ ਇਸ ਸਪੀਡ ਦੇ ਨਾਲ ਹੈ। ਪਰ ਸ਼ਬਦ ਕੀ ਕਹਿੰਦੇ, ਉਸ ਅਕਾਲ ਪੁਰਖ ਨੂੰ ਸਮਝਾ ਰਹੇ। ਇਹ ਸ਼ਬਦ ਸਾਨੂੰ ਕੀ ਸਮਝਾਇਆ ਜਾਂਦਾ ਵੀ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹਨੂੰ ਸਿਮਰਨਾ। ਸਿਮਰੰਤ ਸੰਤ, ਹੁਣ ਕੋਈ ਇਹ ਨਹੀਂ ਪਹਿਲਾਂ ਸੰਤ ਬਣੂਗਾ ਤੇ ਫਿਰ ਉਹਨੂੰ ਸਿਮਰੂਗਾ, ਨਹੀਂ। ਜਿਹੜਾ ਸਿਮਰੂਗਾ ਉਹ ਸੰਤ ਬਣ ਜਾਊਗਾ। ਆਮ ਬੰਦਾ ਵੀ ਸੰਤ ਬਣ ਜਾਊ। ਪਰ ਸੰਤ ਕੌਣ ਹੁੰਦਾ, ਜਿਹਨੇ ਆਪਦੇ ਪੰਜੇ ਕਾਬੂ ਕਰ ਲਏ। ਜਿਹੜਾ ਜਿਉਂਦਿਆਂ ਮਰ ਗਿਆ ਉਹਨੂੰ ਸੰਤ ਕਹਿੰਦੇ ਐ। ਐਵੇਂ ਮੇਰੇ ਵਰਗਾ ਨਹੀਂ ਸੰਤ ਬਣ ਸਕਦਾ ਛੇਤੀ। ਉਹਨੂੰ ਸਿਮਰ ਕੇ ਮਨ ਨੂੰ ਰਜ਼ਾ ਕੇ ਸੱਚ ਨਾਲ ਜੋੜ ਕੇ ਪਾਪਾਂ ਦਾ ਨਾਸ ਹੁੰਦਾ, ਔਗਣ ਮੇਰੇ ਖਤਮ ਹੋਣਗੇ, ਪੰਜੇ ਕਾਬੂ ਹੋਣਗੇ, ਤਾਂ ਸੰਤ ਬਣੋ। ਹੁਣ ਗੁਰੂ ਸਾਹਿਬ ਨੇ ਇਹਦੇ 'ਚ ਕੀ ਸਮਝਾਇਆ ਵੀ ਉਸ ਪਰਮਾਤਮਾ ਨੂੰ ਸਿਮਰ ਕੇ ਤੁਸੀਂ ਆਪਦੇ ਔਗਣ ਕੱਢਣੇ ਆ, ਪੰਜਾਂ ਨੂੰ ਕਾਬੂ ਕਰਨਾ। ਪਰ ਸਿਮਰਨਾ ਕਿਹਨੂੰ ਹੈ, ਜਿਹੜਾ ਆਦਿ ਪੂਰਨ ਸੀ, ਆਦਿ ਸੱਚ ਸੀ। ਜਦੋਂ ਦੁਨੀਆ ਨਹੀਂ ਸੀ ਉਦੋਂ ਵੀ ਸੀਗਾ ਪਰਮਾਤਮਾ ਸੀ, ਜਦੋਂ ਧਰਤੀ ਆਕਾਸ਼ ਪਤਾਲ ਨਹੀਂ ਸੀ ਤਾਂ ਵੀ ਸੀਗਾ, ਆਦਿ 'ਚ ਸੀਗਾ ਉਹ। ਉੱਥੇ ਸੱਚ ਕਹਿਤਾ ਤੇ ਪੂਰਨ ਕਹਿਤਾ, ਇੱਕੋ ਚੀਜ਼ ਹੀ ਹੈ। ਮੱਧ ਆਦ ਸੱਚ ਜਗਾਤ ਸੱਚ, ਅੱਜ ਦੁਨੀਆ ਚੱਲ ਰਹੀ ਹੈ ਮੱਧ ਦੇ ਵਿੱਚ, ਅੱਜ ਵੀ ਹੈਗਾ ਉਹ, ਅੱਜ ਵੀ ਪੂਰਨ ਹੈ, ਅੱਜ ਵੀ ਸੱਚ ਹੈ, ਅੰਤ ਪੂਰਨ ਹੈ। ਉੱਥੇ ਗੁਰੂ ਸਾਹਿਬ ਨੇ ਹੋਸੀ ਭੀ ਸੱਚ, ਦੁਨੀਆ ਖਤਮ ਹੋ ਜਾਊ ਫਿਰ ਵੀ ਸੱਚ ਰਹਿਣਾ। ਧਰਤੀ ਖਤਮ ਹੋ ਗਈ ਇਹ ਝੂਠ ਹੈ, ਪਰ ਪਰਮਾਤਮਾ ਨਹੀਂ ਖਤਮ ਹੋਊਗਾ। ਸੂਰਜ ਖਤਮ ਹੋ ਜਾਊਗਾ, ਸੂਰਜ ਝੂਠ ਹੈ, ਪਰ ਪਰਮਾਤਮਾ ਨਹੀਂ ਖਤਮ, ਕਿਉਂਕਿ ਸੂਰਜ ਨੂੰ ਵੀ ਬਣਾਉਣ ਵਾਲਾ ਉਹ ਤੇ ਧਰਤੀ ਨੂੰ ਵੀ ਬਣਾਉਣ ਵਾਲਾ ਉਹ, ਆਕਾਸ਼ ਨੂੰ ਵੀ ਬਣਾਉਣ ਵਾਲਾ ਉਹ ਹੈ। ਉਹ ਪੂਰਨ ਰਹਿੰਦਾ। ਉਸ ਨੂੰ ਅੱਜ ਤੁਸੀਂ ਸਿਮਰਨਾ, ਉਹਨੂੰ ਮਨ 'ਚ ਸੋਚਣਾ ਵੀ ਉਹ ਕਿਹੋ ਜਿਹਾ ਹੋਊਗਾ, ਉਹਨੂੰ ਯਾਦ ਕਰਨਾ, ਬਸ ਉਹਦੇ ਨਾਲ ਪਿਆਰ ਪਾਉਣਾ। ਜਿੱਦਣ ਉਹਦੀ ਪੂਰੀ ਯਾਦ ਆਉਣ ਲੱਗੀ ਉਹਨਾਂ ਪਿਆਰ ਬਣ ਜਾਂਦਾ ਹੈ। ਅਗਨਾਸਨ ਜਗਦੀਸ਼ਨ ਹੈ, ਸਭ ਪਾਪਾਂ ਦੇ ਨਾਸ ਕਰ ਦਿੰਦਾ। ਸਾਡੇ ਕਿਹੜੇ ਪਾਪ ਮੇਰੇ, ਇਹ ਮਾੜੀਆਂ ਆਦਤਾਂ ਜਿਹੜੀਆਂ ਲੋਭ ਮੋਹ ਹੰਕਾਰ, ਇਹ ਮੇਰੇ ਤੋਂ ਗਲਤ ਕੰਮ ਕਰਾਉਂਦੇ, ਇਹ ਖਤਮ ਕਰ ਦਿੰਦਾ ਉਹਦਾ ਸਿਮਰਨ। ਕਹਿੰਦੇ ਪੇਖਣ ਸੁਣਨ ਸਨਾਮ ਨੂੰ ਮਨ ਮੇ ਦ੍ਰਿੜੀਏ ਸਾਚ। ਹੋ ਸਕਦੇ ਮਨ ਦੇ ਵਿੱਚ ਉਹਨੂੰ ਯਾਦ ਕਰਨਾ ਸੱਚ ਨੂੰ, ਜਿਹੜਾ ਆਦਿ ਪੂਰਨ ਹੈ, ਮੱਧ ਪੂਰਨ ਹੈ, ਆਹ ਸੱਚ ਹੈ, ਜਗਾਤ ਸੱਚ ਹੈ। ਮਨ ਮੇ ਦ੍ਰਿੜੀਏ, ਪਹਿਲਾਂ ਜ਼ਬਾਨ ਨਾਲ ਬੋਲਣਾ ਹੁੰਦਾ, ਪਰ ਹਜੇ ਮਨ ਨਾਲ ਨਹੀਂ ਹੋਇਆ। ਜ਼ਬਾਨ ਨਾਲ ਪਹਿਲਾਂ ਸ਼ੁਰੂਆਤ ਹੁੰਦੀ ਹੈ, ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਬੋਲ ਕੇ ਭਾਵਾਂ ਕਿਵੇਂ ਮਰਜ਼ੀ ਯਾਦ ਕਰੋ ਉਹਨੂੰ। ਪਰ ਕਹਿੰਦੇ ਪੇਖਣ ਸੁਣਨ ਸੁਨਾਮ ਨੂੰ, ਕਹਿੰਦੇ ਉਹ ਸਦਾ ਰਹਿਣ ਵਾਲਾ ਪਰਮਾਤਮਾ ਨੂੰ ਮਨ ਵਿੱਚ ਚੰਗੀ ਤਰ੍ਹਾਂ ਯਾਦ ਕਰਨ ਦੀ ਤਰੀਕਾ ਸਿੱਖਣਾ ਸੀ। ਪਰ ਸਿੱਧਾ ਮਨ ਨਹੀਂ ਯਾਦ ਕਰਦਾ, ਜ਼ਬਾਨ ਤੋਂ ਸ਼ੁਰੂ ਹੋ ਕੇ ਕੰਨ ਸੁਣਦੇ ਉਹਨਾਂ ਨੂੰ, ਜੋ ਹਰ ਥਾਂ ਵੇਖਣ ਵਾਲਾ, ਸੁਣਨ ਵਾਲਾ ਅਤੇ ਆਪ ਸੁਣਾਉਣ ਵਾਲਾ ਹੈ। ਉਹਨੂੰ ਮਨ ਦੇ ਵਿੱਚ ਉਹ ਸੱਚ ਵੀ ਹੈ ਤੇ ਦ੍ਰਿੜ ਕਰਨਾ ਸੀ। ਹੋਰ ਕਿੱਥੇ ਰਹਿੰਦਾ, ਪੂਰ ਰਿਹਾ ਸਰਬੱਤਰ। ਉਹ ਸਾਰੇ ਜੀਆਂ ਦੇ ਵਿੱਚ ਮੌਜੂਦ ਹੈ, ਸਭ ਥਾਂ ਹੀ ਵਸਿਆ ਹੋਇਆ, ਪੱਥਰ ਦੇ ਵਿੱਚ ਵੀ ਹੈ, ਜੋ ਤੁਹਾਨੂੰ ਦਿਖਦਾ ਹਰੇਕ 'ਚ ਹੈਗਾ। ਜਦੋਂ ਹਵਾ 'ਚ ਹੀ ਹੈਗਾ, ਹਵਾ ਤਾਂ ਸਭ ਥਾਂ ਹੈ, ਹਵਾ ਦੇ ਵਿੱਚ ਵੀ ਹੈਗਾ। ਪੂਰ ਰਿਹਾ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ। ਗੁਰੂ ਸਾਹਿਬ ਉਹਦੇ ਰੰਗ 'ਚ ਰੰਗ ਜਾ, ਉਹਦੀ ਯਾਦ, ਉਹਦੇ ਪਿਆਰ 'ਚ ਤੈਨੂੰ ਭਿੱਜਣਾ ਪਊਗਾ, ਜਿਹੜਾ ਸਭ ਥਾਂ ਹੀ ਮੌਜੂਦ ਹੈ। ਹੁਣ ਕਿੰਨੀਆਂ ਕੁਆਲਿਟੀਆਂ ਦੱਸੀਆਂ ਉਹਦੀਆਂ,
ਵੀ ਉਹਨੂੰ ਮਨ 'ਚ ਵਸਾਉਣਾ ਅਤੇ ਉਹ ਤੁਹਾਡੇ 24 ਘੰਟੇ ਯਾਦ ਹੋਣਾ ਚਾਹੀਦਾ। ਉਹਨਾਂ ਪਿਆਰ ਬਣਨਾ ਚਾਹੀਦਾ। ਜਿਹਦਾ ਪਿਆਰ ਬਣ ਜਾਂਦਾ ਭੁੱਲਦਾ ਨਹੀਂ। ਬਸ ਪਰਮਾਤਮਾ ਸਾਨੂੰ ਭੁੱਲਣਾ ਨਹੀਂ ਚਾਹੀਦਾ। ਪਰ ਪਰਮਾਤਮਾ ਦੀ ਪਛਾਣ ਕੀ ਹੈ? ਜਿਹੜਾ ਸਭ ਥਾਂ ਹੀ ਵਸਦਾ ਹੈ, ਵੇਖਣ ਸੁਣਨ ਵਾਲਾ ਸਭ ਥਾਂ, ਆਦਿਪੂਰਨ ਮੱਧਪੂਰਨ, ਜਿਹੜਾ ਸਾਡੇ ਪਾਪਾਂ ਨੂੰ ਖਾਤਮ ਕਰ ਸਕਦਾ, ਜਿਹਦਾ ਸਿਮਰਨ ਉਹਦਾ ਸਿਮਰਨ ਕਰਨਾ, ਉਹ ਇੱਕੋ ਹੀ ਹੈ। ਫਿਰ ਏਕ ਸਿਮਰ ਪਿਆਰੇ ਏਕ ਸਿਮਰ, ਜਿਹੜਾ ਇੱਕੋ ਹੀ ਹੈ। ਪਰ ਉਹਦੀ ਸਮਝ ਬਾਣੀ ਤੋਂ ਬਿਨਾਂ ਨਹੀਂ ਆਉਂਦੀ। ਕਣ ਕਣ 'ਚ ਕਿਵੇਂ ਵਸਦਾ, ਆਦਿਪੂਰਨ ਕਿਵੇਂ, ਮੱਧਪੂਰਨ ਕਿਵੇਂ, ਇਹਨੂੰ ਸਮਝਣਾ ਪੈਣਾ। ਮੱਧ ਕਾਹਦਾ ਮੱਧ ਹੈ? ਸ੍ਰਿਸ਼ਟੀ ਦਾ। ਜੋ ਸ੍ਰਿਸ਼ਟੀ ਨਹੀਂ ਸ਼ੁਰੂ ਸੀਗੀ, ਆਦਿ ਸੀ, ਕੁਛ ਨਹੀਂ ਸੀ, ਤੇ ਅਰਬਦ ਨਰਬਦ ਸੀ, ਧੁੰਦੂਕਾਰਾ ਸੀ, ਉਦੋਂ ਵੀ ਉਹੀ ਸੀ। ਜਦੋਂ ਇੱਥੇ ਹਵਾ ਵੀ ਨਹੀਂ ਸੀ, ਅੱਗ ਨਹੀਂ ਸੀ, ਪ੍ਰਕਾਸ਼ ਨਹੀਂ ਸੀਗਾ। ਪ੍ਰਕਾਸ਼ ਨੂੰ ਬਣਾਉਣ ਵਾਲਾ ਕੌਣ ਹੈ? ਉਹਨੂੰ ਯਾਦ ਕਰਨਾ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਹੋਰ ਕਿਵੇਂ ਉਹਨੂੰ ਯਾਦ ਕਰਨਾ। ਪੌੜੀ ਹਰ ਏਕ ਨਿਰੰਜਨ ਗਾਈਏ, ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨਵੇਂ ਥਾਪ ਉਥਾਪਦਾ, ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਮੰਡ ਪਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਗੁਰੂ ਸਾਹਿਬ ਕਹਿੰਦੇ ਉਸ ਪਰਮਾਤਮਾ ਨੂੰ ਬੁੱਝਣਾ ਤੁਸੀਂ, ਉਸ ਪਰਮਾਤਮਾ ਨੂੰ ਜਾਣਨਾ। ਵਾਕਿਆ ਕਣ ਕਣ 'ਚ ਵਸਦਾ। ਬਾਣੀ ਪੜ੍ਹ ਪੜ੍ਹ ਕੇ ਸਾਨੂੰ ਉਹਦੀ ਇਮੈਜੀਨੇਸ਼ਨ ਕਰਕੇ ਹਰੇਕ 'ਚ ਵਸਦਾ ਦਿਸਣ ਲੱਗ ਜਾਓ, ਸਮਝ ਆ ਜਾਂਦੀ ਹੈ। ਕਹਿੰਦੇ ਉਸ ਪਰਮਾਤਮਾ ਹਰ ਏਕ ਨਿਰੰਜਨ ਗਾਓ ਉਹਨੂੰ। ਪਹਿਲਾਂ ਉਹਦੀਆਂ ਸਿਫਤਾਂ ਗਾਉਣੀਆਂ ਪੈਂਦੀਆਂ। ਤੂੰ ਹੀ ਤੇਰਾ ਤੇਰਾ। ਪਰ ਕਿਹੜਾ? ਹਰ ਏਕ ਓਂਕਾਰ ਜਿਹੜਾ ਨਿਰੰਜਨ ਹੈ, ਮਾਇਆ ਤੋਂ ਉੱਪਰ, ਉਹਨੂੰ ਗਾਓ। ਸਭ ਅੰਤਰ ਸੋਈ। ਹੁਣ ਗੁਰੂ ਸਾਹਿਬ ਕਹਿੰਦੇ ਕਿਹੜੇ ਪਰਮਾਤਮਾ ਨੂੰ ਜਪਣਾ? ਨਿਸ਼ਾਨੀਆਂ ਦੇਖੋ ਪਰਮਾਤਮਾ ਦੀ ਦੱਸ ਰਹੇ। ਜਿਹੜਾ ਮਾਇਆ ਤੋਂ ਉੱਪਰ ਹੈ, ਜਿਹੜਾ ਸਾਡੇ ਤੋਂ ਦੁਨੀਆ ਦੀ ਮਾਇਆ ਨਹੀਂ ਮੰਗਦਾ, ਜਿਹੜਾ ਸਿਰਫ ਪਿਆਰ ਹੀ ਮੰਗਦਾ। ਭਾਖਿਆ ਭਾਉ ਅਪਾਰ ਹੈ, ਜਿਹੜਾ ਸਾਡੇ ਪਿਆਰ ਦਾ ਭੁੱਖ ਹੈ, ਜਿਹੜਾ ਉਹਨੂੰ ਦੇ ਨਹੀਂ ਸਕਦੇ। ਸਾਰਾ ਕੁਛ ਉਸੇ ਦਾ ਦਿੱਤਾ ਸੀ, ਦੇਵਾਂਗੇ ਕਿਵੇਂ? ਤੇਰਾ ਦੀਆ ਤੁਝ ਕੋ ਅਰਪੇ, ਫਿਰ ਕੀ ਆਸਾਨ ਕਰਾਂਗੇ? ਕਹਿੰਦਾ ਜਿਹੜਾ ਮਾਇਆ ਤੋਂ ਉੱਪਰ ਹੈ ਤੇ ਏਕਮ ਹੈ, ਹਰ ਹੈ, ਜਿਹੜਾ ਸਭ ਅੰਤਰ ਸੋਈ, ਸਭ ਦੇ ਵਿੱਚ ਵਸਦਾ, ਉਹਨੂੰ ਗਾਉਣਾ ਹੈ। ਉਹ ਗਾਉਣਾ ਕੀ ਹੁੰਦਾ? ਉਹਦੀ ਸਿਫਤਾਂ ਕਰਨਾ, ਉਹਦਾ ਕੀਰਤਨ ਕਰਨਾ, ਗੁਣਗਾਨ ਕਰਨਾ, ਉਹਦਾ ਸਿਫਤ ਸਲਾਹ ਕਰਨੀ, ਉਹਦੀ ਪ੍ਰੇਜ਼ ਕਰਨੀ। ਜਿੰਨਾ ਮਨ ਉਹਨੂੰ ਗਾਊਗਾ ਓਨਾ ਛੇਤੀ ਉਹਦੇ ਨਾਲ ਜੁੜਦਾ। ਪਰ ਗਾਉਣਾ ਉਹਨੂੰ ਜੁੜਨ ਦੇ ਵਾਸਤੇ ਗਾਉਣਾ। ਫਿਰ ਹੋਰ ਕਿਹੋ ਜਿਹਾ? ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਉਸ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੁਣ ਧਰਤੀ ਨੂੰ ਬਣਾ ਕੇ ਧਰਤੀ ਨੂੰ ਵੀ ਚਲਾ ਰਿਹਾ, ਸਾਨੂੰ ਜੀਆਂ ਨੂੰ ਬਣਾ ਕੇ ਸਾਨੂੰ ਵੀ ਪਾ ਰਿਹਾ। ਫਿਰ ਕਹਿੰਦਾ ਜੋ ਕਰਨਾ ਉਹੀ ਹੋਣਾ, ਜੋ ਉਹ ਚਾਹੂਗਾ ਉਹੀ ਹੋਣਾ। ਅਸੀਂ ਕੋਈ ਅਰਦਾਸਾਂ ਕਰਕੇ ਉਹਨੂੰ ਬਦਲ ਨਹੀਂ ਸਕਦੇ ਵੀ ਤੂੰ ਆ ਸਵੇਰੇ ਨਾ ਕਰੀ। ਪਰ ਗੁਰੂ ਕਹਿੰਦਾ ਪਾਣੇ ਜਮਨਾ ਵੀ ਜੋ ਕਰੇ, ਜੋ ਕੁਛ ਕਰਦਾ ਉਹੀ ਹੀ ਹੁੰਦਾ। ਤੇ ਤਾਂ ਗੁਰੂ ਸਾਹਿਬ ਕਹਿੰਦੇ ਭਾਣਾ ਮੰਨਣਾ ਪਈ। ਜੇ ਤੂੰ ਮਨ ਨੂੰ ਜਿੱਤਣਾ, ਜੇ ਉਹਦੇ ਨਾਲ ਪਿਆਰ ਪਾਉਣਾ ਤਾਂ ਭਾਣਾ ਮੰਨਣਾ ਪਊ। ਪਰ ਅੱਜ ਭਾਣਾ ਮੰਨਣ ਨੂੰ ਤਿਆਰ ਹੀ ਨਹੀਂ। ਸਾਨੂੰ ਪਤਾ ਹੀ ਨਹੀਂ ਵੀ ਭਾਣਾ ਵੀ ਮੰਨਣਾ ਸੀ। ਜਿਹੜਾ ਭਾਣਾ ਨਹੀਂ ਮੰਨੂਗਾ ਗੁਰੂ ਦਾ ਸਿੱਖ ਨਹੀਂ ਬਣ ਸਕਦਾ। ਭਾਣੇ 'ਚ ਬਸ ਜੋ ਪਰਮਾਤਮਾ ਕਰੇ ਠੀਕ ਹੈ ਜੀ, ਯੈਸ ਸਰ ਕਹਿਣਾ ਹੁੰਦਾ। ਫਿਰ ਕਹਿੰਦਾ ਖਿਨਵੇਂ ਥਾਪ ਉਥਾਪਦਾ, ਤਿਸ ਬਿਨ ਨਹੀਂ ਕੋਈ। ਗੁਰੂ ਸਾਹਿਬ ਕਹਿੰਦੇ ਇੱਕੋ ਹੀ ਹੈ, ਜੀ ਤੋਂ ਬਿਨਾਂ ਹੋਰ ਕੋਈ ਦਾ ਹੁਕਮ ਨਹੀਂ ਚੱਲਦਾ। ਉਹ ਇੱਕ ਅੱਖ ਝਮਕਣ ਦੇ ਸਮੇਂ 'ਚ ਕਿਸੇ ਨੂੰ ਪੈਦਾ ਵੀ ਕਰ ਸਕਦਾ, ਖਤਮ ਕਰ ਸਕਦਾ। ਹੁਣ ਚਾਹੇ ਤਾਂ ਸੂਰਜ ਵੀ ਇੱਕ ਸਕਿੰਟ 'ਚ ਖਤਮ ਹੋ ਸਕਦਾ। ਸੂਰਜ ਖਤਮ ਹੋ ਗਿਆ, ਇਹ 9ਵੇਂ ਧਰਤੀਆਂ ਜਾਣਗੀਆਂ ਨਾਲੇ। ਸਾਡੀ ਧਰਤੀ ਦੇ ਨਾਲ 8 ਗ੍ਰਹਿ ਹੋਰ ਜਿਹੜੇ ਉਹ ਵੀ ਜਾਣਗੇ। ਇਸ ਨੂੰ ਖਤਮ ਕਰ ਸਕਦਾ ਉਹ। ਕਿਸ ਜੀਵ ਨੂੰ ਵੀ ਪੈਦਾ ਵੀ ਕਰ ਸਕਦਾ ਤੇ ਖਤਮ ਵੀ ਕਰ ਸਕਦਾ, ਕਰਦਾ ਵੀ ਹੈ। ਉਹਦੇ ਵਰਗਾ ਕੋਈ ਹੋਰ ਵੀ ਤਿਸ ਬਿਨ ਨਹੀਂ ਕੋਈ, ਹੈ ਵੀ ਏਕਮ ਹੈ। ਪਰ ਏਕਮ ਦੀ ਸਮਝ ਉਦੋਂ ਆਊਗੀ ਜਦੋਂ ਅਸੀਂ ਬਾਣੀ ਤੇ ਵਿਚਾਰ ਕੇ ਚੱਲੇ
ਫਿਰ ਗੁਰੂ ਸਾਹਿਬ ਕਹਿੰਦੇ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਏ। ਕਹਿੰਦੇ ਸਾਰੇ ਧਰਤੀ ਆਕਾਸ਼ ਜਿੰਨੇ ਵੀ ਗ੍ਰਹਿ, ਜਿੰਨੇ ਸੂਰਜ ਹੈ, ਗਲੈਕਸੀਆਂ, ਸਭ ਦੇ ਵਿੱਚ ਐ ਵਸਿਆ ਪਿਆ। ਧਰਤੀ ਦੇ ਉੱਤੇ ਜਿੰਨਾ ਵੀ ਜੀਵ ਜੰਤ ਹਰੇਕ ਦੇ ਵਿੱਚ, ਸਭ ਦੇਸ਼ਾਂ ਦੇ, ਸਾਰੇ ਬ੍ਰਹਮੰਡਾਂ ਦੇ ਵਿੱਚ, ਹੇਠਲੀਆਂ ਧਰਤੀਆਂ, ਜੰਗੀਰੇ, ਸਾਰੇ ਹੀ ਜਗਤ ਵਿੱਚ ਉਹ ਪ੍ਰਭੂ ਵਿਆਪਕ ਰਿਹਾ। ਕਿਉਂਕਿ ਸਭ ਤੋਂ ਹੀ ਜੇ ਬੀਜ ਹੁੰਦਾ, ਬੀਜ ਆਪਦੇ ਪੱਤੇ ਦੇ ਵਿੱਚ, ਹਰੇਕ ਪੱਤੇ ਦੇ ਵਿੱਚ ਹੈਗਾ। ਉਹ ਹੁਣ ਦਰਖਤ ਇੱਕ ਛੋਟੇ ਜਿਹੇ ਬੀਜ ਤੋਂ ਪੈਦਾ ਹੋਇਆ, ਉਹਦਾ ਪੱਤਾ ਬਿਲਕੁਲ ਟੌਪ 'ਤੇ, ਤਾਂ ਵੀ ਉਹਦਾ ਅੰਸ਼ ਹੈਗਾ ਉਸ ਥੱਲੜੇ ਬੀਜ ਦਾ। ਇਸੇ ਤਰ੍ਹਾਂ ਹੀ ਹਰੇਕ ਚੀਜ਼ ਹੈ। ਜਿਹੜੀ ਧਰਤੀ ਬਣੀ ਆ, ਸੂਰਜ ਬਣੇ, ਕਿੱਥੋਂ ਬਣਿਆ? ਇੱਕ ਜੜ ਤੋਂ ਬਣਿਆ, ਇੱਕ ਬਿੰਦੂ ਤੋਂ ਬਣਿਆ, ਏਕਮ ਤੋਂ ਬਣਿਆ। ਉਹਨੇ ਆਪਣੇ ਆਪ ਨੂੰ ਵੱਡਾ ਕੀਤਾ, ਖਿਲਾਰਿਆ ਹੋਇਆ ਬਸ। ਹੁਣ ਉਹਦੇ ਵਿੱਚ ਵਸਿਆ ਹੋਇਆ। ਫਿਰ ਕਹਿੰਦਾ ਜਿਸ ਆਪ ਬਜਾਏ ਸੋ ਬੁੱਝ ਜੀ, ਬੁੱਝ ਸੀ ਨਿਰਮਲ ਜਨ ਸੋਏ। ਗੁਰੂ ਸਾਹਿਬ ਕਹਿੰਦੇ ਅੱਜ ਤੁਸੀਂ ਨਿਰਮਲ ਨਹੀਂ, ਤੁਹਾਡਾ ਮਨ ਮੈਲਾ ਹੋ ਗਿਆ। ਤੁਸੀਂ ਨਿਰਮਲ ਹੋ ਸਕਦੇ ਹੋ, ਜਨ ਬਣ ਸਕਦੇ ਹੋ। ਪਰ ਜਿਹੜੇ ਇਸ ਸਬਜੈਕਟ ਨੂੰ ਸਮਝੋ, ਪਰਮਾਤਮਾ ਏਕਮ ਨੂੰ ਸਮਝੋ, ਉਹਦੇ ਸਿਮਰਨ ਨੂੰ ਸਮਝੋ, ਕਿਹੋ ਜਿਹਾ ਬਾਣੀ ਇਹੀ ਸਮਝਾਉਂਦੀ ਹੈ। ਪਰਮਾਤਮਾ ਤਾਂ ਆਪ ਸਮਝਾ ਰਿਹਾ, ਉਹਨੇ ਕਿਰਪਾ ਕਰਤੀ, ਗ੍ਰੰਥ ਸਾਹਿਬ ਦੇ ਦਿੱਤਾ, ਗ੍ਰੰਥ ਸਾਹਿਬ ਦੇ ਸਭ ਕੁਝ ਲਿਖਿਆ। ਉਹ ਤਾਂ ਕਹਿੰਦੇ ਮੈਂ ਸਮਝਾ ਰਿਹਾ ਸਾਰਿਆਂ ਨੂੰ। ਬਾਣੀ ਨੂੰ ਸਮਝਣਾ ਤਾਂ ਸਾਨੂੰ ਪਊਗਾ, ਆਪੇ ਕਿਵੇਂ ਸਮਝਾਓ? ਪਰ ਉਹ ਤਾਂ ਸਮਝਾ ਰਿਹਾ ਹੈ। ਜਿਸ ਆਪ ਬਜਾਏ ਸੋ ਬੁੱਝ ਸੀ ਨਿਰਮਲ ਜਨ ਸੋਏ। ਗੁਰੂ ਸਾਹਿਬ ਕਹਿੰਦੇ ਜਿਹੜੇ ਬਾਣੀ ਨੂੰ ਹੁਣ ਪੜ੍ਹ ਕੇ ਜਿਹੜਾ ਇਹਨੂੰ ਸਮਝ ਜਾਂਦੇ ਹੋ, ਉਹਨਾਂ 'ਤੇ ਕਿਰਪਾ ਹੋ ਗਈ, ਸਮਝ ਲਓ ਪਰਮਾਤਮਾ ਦੀ, ਉਹ ਨਿਰਮਲ ਹੋ ਜਾਂਦੇ ਆ, ਉਹ ਪਵਿੱਤਰ ਹੋ ਜਾਂਦੇ। ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ, ਜਿੱਦਣ ਮਾੜਾ ਸਮਝ ਆ ਕੇ ਉੱਧਰ ਹੀ ਮਨ ਉਹਦੇ ਨਾਲ ਜੁੜ ਜਾਣਾ, ਉੱਧਰ ਹੀ ਨਾਮ ਮਿਲ ਜਾਣਾ। ਫਿਰ ਦੂਸਰੀ ਪੌੜੀ ਦਾ ਸ਼ਲੋਕ ਹੈ ਜੀ। ਸ਼ਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨਨ, ਸਾਂ ਸਾਂ ਸਿਮਰੰਤ ਨਾਨਕ ਮਹਾ ਅਗਨ ਨਾਮ ਵਿਨਾਸ਼ਨਨ। ਮੁਖ ਤਲੇ ਪੈਰ ਉਪਰੇ ਵਸੰਦੜੋ ਕਹਥੜੇ ਥਾਏ, ਨਾਨਕ ਸੋ ਧਨੀ ਕਿਉਂ ਵਸਾਰਿਓ, ਉਧਰਿਓ ਜਿਸ ਦੈ ਨਾਏ। ਗੁਰੂ ਸਾਹਿਬ ਕਹਿੰਦੇ ਭਾਈ ਯਾਦ ਰੱਖੋ, ਹੁਣ ਇਨਸਾਨ ਭੁੱਲ ਜਾਂਦਾ ਵੀ ਮੈਂ ਕਿਵੇਂ ਪੈਦਾ ਹੋਇਆ, ਪਰ ਬਾਣੀ ਸਾਨੂੰ ਮੌਤ ਵੀ ਯਾਦ ਕਰਾਉਂਦੀ ਅਤੇ ਜਨਮ ਵੀ ਕਰਾਉਂਦੀ, ਵੀ ਜਨਮ ਕਿਵੇਂ ਹੋਇਆ ਤੇਰਾ। ਗੁਰੂ ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਨੂੰ ਤੁਸੀਂ ਜਪਣਾ ਹੈ, ਜਿਹਨੂੰ ਮਨ 'ਚ ਵਸਾਉਣਾ ਹੈ, ਜਿਹਦੇ ਮਨ ਨਾਲ ਵਸਾ ਕੇ ਤੁਸੀਂ, ਤੁਹਾਡਾ ਉਧਾਰ ਹੋ ਸਕਦਾ ਹੈ, ਦੁੱਖ ਖਤਮ ਹੋ ਸਕਦੇ, ਸੁੱਖ ਆ ਸਕਦੇ, ਉਹ ਪਰਮਾਤਮਾ ਸਾਰੇ ਜੀਵਾਂ ਦੀ ਬਣਤਰ ਬਣਾਉਂਦਾ। ਅਤੇ ਉਹਨੂੰ ਮਾਂ ਦੇ ਪੇਟ 'ਚ ਪਹਿਲਾਂ ਥਾਂ ਦੇ ਕੇ ਸਰੀਰ ਦਿੰਦਾ। ਉਹਨੂੰ ਕੀ ਕਿਹਾ ਸੀ? ਮਾਂ ਦੇ ਪੇਟ 'ਚ ਕੀ ਚੀਜ਼ ਗਈ ਕਿ ਸਾਡਾ ਸਰੀਰ ਬਣ ਗਿਆ? ਸਾਰੇ ਜੀਅ ਜੰਤ ਤਾਂ ਹੀ ਪੈਦਾ ਹੁੰਦੇ, ਛੋਟੇ ਤੋਂ ਛੋਟਾ ਜੀਅ ਤੋਂ ਲੈ ਕੇ ਵੱਡੇ ਤੋਂ ਵੱਡਾ ਜੀਵ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਹੀ ਮਾਂ ਦੇ ਗਰਭ 'ਚ ਪੈਦਾ ਹੁੰਦੇ। ਚਾਹੇ ਆਂਡੇ ਰਾਹੀਂ ਪੈਦਾ ਹੋਵੇ, ਚਾਹੇ ਜੇਰ ਰਾਹੀਂ, ਚਾਹੇ ਪਸੀਨੇ ਰਾਹੀਂ, ਅਤੇ ਭਾਵੇਂ ਉਤਪਸ ਹੈ ਜਿਹੜੇ ਦਰਖਤ ਪੈਦਾ ਹੁੰਦੇ, ਇਹ ਵੀ ਗਰਭ 'ਚ ਜਾਂਦੇ। ਪੌਦਾ ਵੀ ਗਰਭ 'ਚ ਜਾਂਦਾ, ਇੱਕ ਤਾਜ 'ਚ ਜਾਂਦਾ, ਥੱਲੇ ਧਰਤੀ 'ਤੇ ਜਾਂਦਾ। ਉਹ ਵੀ ਅਸੀਂ ਆਪਦੇ ਮਾਂ ਦੇ ਗਰਭ 'ਚ ਗਏ, ਪਰ ਕਿਹੜੀ ਚੀਜ਼ ਮਾਂ ਦੇ ਗਰਭ 'ਚ ਗਈ? ਪਿਓ ਦੇ ਸਰੀਰ 'ਚ ਜੀ ਕਿਹੜੀ ਚੀਜ਼ ਨਿਕਲੇਗੀ? ਸਾਡਾ ਸਰੀਰ ਬਣ ਗਿਆ ਉੱਥੇ। ਗੁਰੂ ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਜੀਆਂ ਦੀ ਬਣਤਰ ਬਣਾਉਂਦਾ, ਮਾਂ ਦੇ ਪੇਟ 'ਚ ਥਾਂ ਦੇ ਕੇ ਉਹਨੂੰ ਸਰੀਰ ਦਿੰਦਾ ਹੈ, ਤੇ ਪਰ ਉੱਥੇ ਅੱਗ ਵੀ ਸੀਗੀ, ਕਹਿੰਦੇ ਉੱਥੇ ਅੱਗ 'ਚ ਰੱਖਿਆ ਗਿਆ ਸਾਨੂੰ 10 ਮਹੀਨੇ, ਸਾਨੂੰ 10 ਮਹੀਨੇ ਗਰਭ 'ਚ ਰੱਖਿਆ ਜਾਂਦਾ। ਪਰ ਅੱਜ ਸਾਇੰਸ ਆਦੀ 9 ਮਹੀਨੇ, ਪਰ 10 ਮਹੀਨੇ ਕਿਵੇਂ ਹੈ? ਬਾਣੀ ਵਾਰ-ਵਾਰ 10 ਮਹੀਨਿਆਂ ਦੀ ਕਹਿੰਦੀ ਹੈ, ਪਰ ਸਾਇੰਸ ਤਾਂ ਇਕੱਲੇ ਮਾਂ ਦੇ ਗਰਭ ਦੀ ਗੱਲ ਕਰਦੀ ਹੈ। ਪਿਓ ਦੇ ਸਰੀਰ 'ਚ ਵੀ ਰਹੇ ਅਸੀਂ, ਪਿਓ ਦੇ ਸਰੀਰ 'ਚ ਹੀ ਅਸੀਂ ਹਵਾ ਤੋਂ ਪਾਣੀ ਬਣੇ, ਬੂੰਦ ਬਣੇ ਪਾਣੀ ਦੀ, ਉੱਥੋਂ ਤਿਆਰ ਹੋ ਕੇ ਸਫ਼ਰ ਤਾਂ ਉੱਥੋਂ ਹੀ ਸ਼ੁਰੂ ਹੁੰਦਾ ਹੈ। ਫਿਰ ਮਾਂ ਦੇ ਗਰਭ 'ਚ ਜਾਂਦਾ, ਉੱਥੇ ਜਗ੍ਹਾ ਮਿਲਦੀ ਹੈ, ਉੱਥੇ ਮਾਂ ਦਾ ਫਿਰ ਖੂਨ ਮਿਲ ਕੇ ਬਲਾਸਟ ਹੁੰਦਾ, ਫਿਰ ਇਹ ਸਰੀਰ ਬਣਨਾ ਸ਼ੁਰੂ ਹੁੰਦਾ। ਗੁਰੂ ਸਾਹਿਬ ਕਹਿੰਦਾ ਉੱਥੇ ਵੀ ਤੈਨੂੰ ਅੱਗ ਦੇ ਵਿੱਚ
ਰੱਖਿਆ ਗਿਆ ਇੰਨੇ ਮਹੀਨੇ, ਪਰ ਤੈਨੂੰ ਇੱਕ ਤਰੀਕਾ ਦੱਸਿਆ ਵੀ ਤੂੰ ਉਹਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੀ, ਤੂੰ ਕਰਦਾ ਰਿਹਾ। ਉੱਥੇ ਸਾਡਾ ਜੀਵ ਜਿਹਨੂੰ ਸਰੀਰ ਮਿਲਿਆ, ਜਿਹਨੇ ਇਸ ਸਰੀਰ ਨੂੰ ਛੱਡਣਾ, ਉਹ ਬੜਿਆ ਸੀ ਮਾਂ ਦੇ ਗਰਭ 'ਚ। ਪਰ ਉਹ ਕਹਿੰਦੇ ਵੀ ਤੈਨੂੰ ਅੱਗ 'ਚ ਆਊਗਾ, ਅੱਗ ਸਾੜੂਗੀ, ਪਰ ਤੂੰ ਸਿਮਰਨ ਕਰਦਾ ਰਹੀ, ਤੈਨੂੰ ਨਹੀਂ ਸਾੜੂਗੀ। ਉੱਥੇ ਸਿਮਰਨ ਕਰਦੇ ਰਹੇ ਅਤੇ ਮਹਾ ਅਗਨ ਤੇ ਸਾਨੂੰ ਸੜ ਨਹੀਂ ਦਿੱਤਾ, ਅਤੇ ਸਰੀਰ ਵਧੀਆ ਸਰੀਰ ਲੈ ਕੇ ਅਸੀਂ ਇਸ ਦੁਨੀਆ 'ਚ ਆ ਗਏ। ਉੱਥੇ ਸਵਾਸ ਸਿਮਰਨ ਕਰਦੇ ਤਾਂ ਮਾਂ ਦੇ ਪੇਟ ਦੀ ਬੜੀ ਭਿਆਨਕ ਅੱਗ ਹੁੰਦੀ। ਹੁਣ 62 ਡਿਗਰੀ ਟੈਂਪਰੇਚਰ ਹੁੰਦਾ ਮਾਂ ਦੇ ਗਰਭ ਦਾ, ਬਹੁਤ ਹਾਈ ਟੈਂਪਰੇਚਰ ਹੁੰਦਾ। ਇਸ ਤਰ੍ਹਾਂ ਤੇ 40-45 ਟੈਂਪਰੇਚਰ 'ਤੇ ਹੀ ਅੱਜ ਸੜਨ ਲੱਗ ਜਾਂਦੇ। ਫਿਰ ਕਹਿੰਦੇ ਇੱਕ ਹੋਰ ਸੀ, ਮੁੱਖ ਤਲੇ, ਪੈਰ ਉੱਪਰੇ ਵਸੰਦੜੋਂ ਕਤੜੇ। ਫਿਰ ਇਹ ਬਿਲਕੁਲ ਟਾਈਟ ਥਾਂ ਸੀਗਾ, ਪੈਰ ਉੱਪਰ ਸੀ, ਸਿਰ ਨੀਚੇ ਸੀ, ਘੁੰਮ ਵੀ ਰਹੇ ਸੀ, ਪਾਣੀ ਵੀ ਸੀ ਉਹਦੇ 'ਚ। ਇਹੋ ਜਿਹੇ ਭਿਆਨਕ ਜਗ੍ਹਾ ਬਸ ਰਹੀ, ਪਰ ਤੂੰ ਫਿਰ ਵੀ ਤੈਨੂੰ ਕੁਛ ਨਹੀਂ ਹੋਇਆ, ਹੱਸੀ ਗਿਆ ਫਿਰ ਵੀ ਉੱਥੇ ਬੈਠਾ। ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂ ਨੂੰ ਸੀ, ਬੜੇ ਔਖੇ ਥਾਂ ਵਸਦਾ ਸੀ। ਪਾਣੀ ਦੀ ਗੁਥਲੀ ਸੀ, ਉਲਟੇ ਲਟਕੇ ਸੀ, ਘੁੰਮੀ ਵੀ ਜਾ ਰਹੀ ਸੀ, ਅੱਗ ਵੀ ਸਾੜੀ ਜਾ ਰਹੀ ਸੀ, ਹਿੱਲਣ ਨੂੰ ਥਾਂ ਵੀ ਨਹੀਂ ਸੀ। ਫਿਰ ਵੀ ਕਹਿੰਦਾ ਤੂੰ ਬੜਾ, ਉੱਥੇ ਵੀ ਹੱਸੀ ਦਾ ਬੱਚਾ। ਉਹ ਸਿਮਰਨ ਸੀ। ਅੱਜ ਵੀ ਬੜੇ ਭਿਆਨਕ ਜਗ੍ਹਾ 'ਤੇ ਅਸੀਂ ਜਨਮ ਹੈ ਬਾਹਰ, ਇੱਥੇ ਵੀ ਅਸੀਂ ਸਾਥ ਸਾਥ ਸਿਮਰਨ ਕਰਕੇ ਐਨ ਖੁਸ਼ ਰਹਿ ਸਕਦੇ। ਨਾਨਕ ਸੋ ਧਨੀ ਕਿਉਂ ਵਸਾਰੀ। ਗੁਰੂ ਸਾਹਿਬ ਕਹਿੰਦੇ ਉੱਡਾ ਵੱਡਾ ਮਾਲਕ ਜਿਹਨੇ ਤੈਨੂੰ ਇਹ ਜੀ ਭਿਆਨਕ ਜਗ੍ਹਾ 'ਤੇ 9 ਮਹੀਨੇ ਤੈਨੂੰ ਆਂਚ ਨਹੀਂ ਆਉਣ ਦਿੱਤੀ, ਅੱਜ ਕਿਉਂ ਵਸਾਰ ਗਏ। ਅੱਜ ਵੀ ਯਾਦ ਕਰ, ਕਿਉਂ ਵਸਾਰੀ। ਕੁਐਸਚਨ ਪੁੱਛ ਰਿਹਾ ਸਾਡੇ ਤੋਂ। ਉਧਰੀਏ ਜਿਸ ਦੇ ਨਾਂ ਅੱਜ ਤੂੰ ਫਿਰ ਦੁੱਖਾਂ 'ਚ ਫਸ ਗਿਆ, ਅੱਜ ਫਿਰ ਅੱਗ ਸਾੜ ਰਹੀ ਹੈ। ਮਾਂ ਦੀ ਗਰਭ ਦੀ ਅੱਗ ਸੀ, ਤੇ ਬਾਹਰ ਲੋਭ ਮੋਹ ਹੰਕਾਰ ਇਹਦੀ ਅੱਗ ਹੈ। ਇਹ ਦੋਨੇ ਇੱਕੋ ਜਿਹੀਆਂ। ਦੋਹਾਂ ਤੋਂ ਬਚਣ ਵਾਸਤੇ ਪ੍ਰਭ ਦਾ ਸਿਮਰਨ ਹੈ ਸਾਂਸ ਸਾਂਸ। ਤਾਂ ਗੁਰੂ ਸਾਹਿਬ ਕਹਿੰਦੇ ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਦਾ ਖੇਲ ਹੈ, ਪਰਮਾਤਮਾ ਦਾ ਖੇਲ ਬਣਾਇਆ। ਬਸ ਮਾਂ ਦੀ ਗਰਭ ਸਾਨੂੰ ਪੈਦਾ ਕਰਕੇ ਬਾਹਰ ਦੂਸਰੀ ਅੱਗ 'ਚ ਖੇਲਣ ਵਾਸਤੇ ਭੇਜ ਦਿੰਦਾ। ਇੱਥੇ ਫਿਰ ਵੇਖਦਾ ਵੀ ਇਹ 'ਚੋਂ ਕਿਵੇਂ ਬਚੇਗਾ। ਬਸ ਇਹ ਅਸੀਂ ਆਪ ਗੁਰੂ ਦਾ ਸਿਕਸ਼ਾ ਲੈ ਕੇ ਸਿਮਰਨ ਕਰਕੇ ਬਚਣਾ ਹੈ। ਬਸ ਫਿਰ ਕਹਿੰਦੇ ਤੇ ਇਹੋ ਜਿਹਾ ਧਨੀ, ਇਹੋ ਜਿਹਾ ਬਰਕਤਾਂ ਵਾਲਾ ਮਾਲਕ, ਤੇਰੀ ਇੰਨੀ ਰੱਖਿਆ ਕਰਨ ਵਾਲਾ, ਅੱਜ ਤੂੰ ਭੁੱਲ ਗਿਆ। ਕਿਉਂ ਭੁੱਲਿਆ? ਨਹੀਂ ਭੁਲਾਉਣਾ ਸੀ। ਜੇ ਭੁੱਲਿਆ ਤਾਂ ਦੁਬਾਰਾ ਯਾਦ ਕਰਨ ਲੱਗ ਜਾ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਆ, ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਜ਼ਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੇ, ਮਨ ਤਨ ਔਰ ਧਾਰ, ਬਿਖਮ ਥਾਵੋਂ ਜਿਨ ਰੱਖਿਆ, ਤਿਸ ਤਿਲ ਨਾ ਬਸਾਰ, ਪ੍ਰਭ ਬਿਸਰਤ ਸੁਖ ਕਦੇ ਨਹੀਂ, ਜਾਸੇ ਜਨਮਹਾਰ। ਗੁਰੂ ਸਾਹਿਬ ਕਹਿੰਦੇ ਉੱਥੇ ਤੂੰ ਮਾਂ ਦੇ ਗਰਭ 'ਚ ਇੱਕ ਅੱਗ ਤੋਂ ਤਾਂ ਬਚ ਕੇ ਆ ਗਿਆ। ਹੁਣ ਇਸ ਦੁਨੀਆ ਦੇ ਵਿੱਚ ਤੂੰ ਆਇਆ, ਪਰ ਆਇਆ ਕਿੱਥੋਂ? ਰਕਤ ਤੇ ਬਿੰਦ ਦੋਨੇ ਮਿਲਾਪ ਹੋਇਆ, ਉਹਨੂੰ ਗਾਂ ਫਿਰ ਅੱਗ ਦੇ ਵਿੱਚ ਭੁੰਨਿਆ ਗਿਆ, ਫਿਰ ਸਾਡਾ ਸਰੀਰ ਬਣ ਕੇ ਆਇਆ। ਗੁਰੂ ਸਾਹਿਬ ਨੇ ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਜ਼ਾਰ। ਕਹਿੰਦੇ ਹੇ ਜੀਵ, ਗੁਰੂ ਸਾਹਿਬ ਕਿਹਨੂੰ ਸਮਝਾ ਰਹੇ? ਸਾਡੇ ਮਨ ਨੂੰ, ਸਾਡੇ ਤਨ ਨੂੰ ਨਹੀਂ। ਗੁਰੂ ਸਾਹਿਬ ਮਨ ਨੂੰ ਕਹਿੰਦੇ, ਮਨਾ ਤੂੰ ਮਾਂ ਦੇ ਘਰ ਛੋੜਿਆ ਸੀ, ਉੱਥੇ ਤੂੰ ਮਾਂ ਦੀ ਰੱਤ ਤੇ ਪਿਓ ਦੇ ਵੀਰਸ ਦੇ ਵਿੱਚ ਵੜ ਕੇ ਫਿਰ ਮਾਂ ਦੀ ਰੱਤ ਦੇ ਨਾਲ ਇਕੱਠਾ ਹੋਇਆ। ਫਿਰ ਉੱਥੇ ਇੱਕ ਬੀਜ ਪੈਦਾ ਹੋਇਆ, ਦੋਨਾਂ ਨੂੰ ਮਿਲ ਕੇ ਮਾਂ ਦੀ ਪੇਟ ਦੀ ਅੱਗ 'ਚ ਉਹਨੂੰ ਭੁੰਨਿਆ ਗਿਆ, ਉੱਥੇ ਉਗਰਿਆ। ਫਿਰ ਉੱਥੇ ਸਰੀਰ ਬਣਨਾ ਸ਼ੁਰੂ ਹੋਇਆ, ਉਸ 'ਤੇ
ਉਹ ਕਿਹੜਾ ਚੀਜ਼ ਸੀ ਜਿਹੜਾ ਪਹਿਲਾਂ ਸੀ ਪਿਓ ਦੇ ਸਰੀਰ 'ਚ ਐਂਟਰ ਕਰਦੇ ਉਹ ਜੀਵ ਜਿਹੜਾ ਹੈਗਾ। ਹਰੇਕ ਜੀਵ ਜੰਤ ਆਪਦੇ ਪਿਓ ਦੇ ਸਰੀਰ 'ਚ ਵੜ ਕੇ ਫਿਰ ਮਾਂ ਦੇ ਸਰੀਰ 'ਚ ਵੜ ਕੇ ਫਿਰ ਸਰੀਰ ਲੈ ਕੇ ਆਉਂਦਾ ਹੈ। ਉਸ ਤੋਂ ਫਿਰ ਮਾਂ ਦੇ ਪੇਟ ਦੀ ਅੱਗ ਦੇ ਵਿੱਚ ਉੱਗਿਆ ਤੂੰ, ਉਧਰ ਮੁੱਖ ਕਚੀਲ ਬਿਕਲ, ਕਹਿੰਦੇ ਉੱਥੇ ਫਿਰ ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੀ। ਉਦੋਂ ਦੇਖਿਆ ਨਹੀਂ ਜਾਂਦਾ ਬੱਚਾ ਉਦੋਂ ਉਹ ਜੀ ਹਾਲਤ 'ਚ। ਕਹਿੰਦੇ ਇੱਕ ਹਨੇਰਾ ਸੀ ਅੰਦਰ, ਘੋਰ ਨਰਕ ਵਿੱਚ ਪਿਆ ਸੀ। ਹੁਣ ਬਿਲਕੁਲ ਟਾਈਟ ਕੋਈ ਹੋਏ ਲਵਾਰੀ 'ਚ ਅੱਜ ਸਾਨੂੰ ਬੰਦ ਕਰ ਦੇਵੇ, ਲਵਾਰੀ ਘੁੰਮੀ ਵੀ ਜਾਵੇ, ਬਾਹਰ ਅੱਗ ਵੀ ਆਈ ਜਾਵੇ, ਪੁੱਠਾ ਵੀ ਲਟਕਾਇਆ ਹੋਵੇ ਸਾਨੂੰ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸੀ। ਪਰ ਕਹਿੰਦੇ ਉੱਥੇ ਹਰ ਸਿਮਰਤ ਤੂੰ ਨਾ ਜਲੇ। ਹੁਣ ਅੱਗ ਦੇ ਵਿੱਚ ਬੈਠੇ ਹੋਈਏ ਤੇ ਅਸੀਂ ਸੜੀਏ ਨਾ, ਪਰ ਗੁਰੂ ਸਾਹਿਬ ਕਹਿੰਦੇ ਕਿਉਂ ਨਹੀਂ ਸੜਿਆ, ਤੂੰ ਪਰਮਾਤਮਾ ਸਿਮਰਨ ਕਰ ਰਿਹਾ ਸੀ। ਹਰ ਸਿਮਰਤ ਉਹ ਇੱਕ ਓਂਕਾਰ ਪਰਮਾਤਮਾ ਨੂੰ ਸਿਮਰਦਾ ਸੀ, ਤਾਂ ਨਹੀਂ ਜਲਿਆ ਸੀ, ਤਾਂ ਤੇਰਾ ਸਰੂਰ ਵਧੀਆ ਬਣਿਆ ਆ। ਜਿਹੜੇ ਫਿਰ ਸਿਮਰਨ ਟੁੱਟ ਜਾਂਦਾ ਉਹ ਸਰੀਰ ਅਧੂਰੇ ਉਹਨਾਂ ਦੇ ਰਹਿੰਦੇ। ਮਨ ਤਨ ਔਰ ਧਾਰ, ਪਰ ਕਾਹਦੇ ਨਾਲ ਸਦਾ ਅੰਦਰੋਂ ਮਨੋਂ ਤਨੋਂ ਤੂੰ ਯਾਦ ਕਰ ਰਿਹਾ ਸੀ। ਮਾਂ ਦੇ ਪੇਟ 'ਚ ਅਸੀਂ ਬਾਹਰ ਥੋੜ੍ਹਾ ਵੇਖਦੇ ਸੀ ਮੈਂ ਕਿਹੜੀ ਜ਼ਮੀਨ ਹੈ ਮੇਰੀ, ਬਾਹਰ ਪਰਿਵਾਰ ਤਾਂ ਨਹੀਂ ਵੇਖਦੇ ਸੀ ਮੇਰੇ ਕੌਣ ਭੈਣ ਭਰਾ, ਕਿਹੜੀਆਂ ਮੇਰੇ ਕੋਠੀਆਂ ਕਾਰੋਬਾਰ ਤਾਂ ਨਹੀਂ ਦੇਖਦੇ ਸੀ। ਅੰਦਰੋਂ ਫਿਰ ਇਕੱਲਾ ਮਨ ਤਨ ਕੀ ਬਣਾਈ ਜਾਂਦਾ ਸਕੀਮਾਂ ਬਸ ਤੂੰ ਹੀ ਅੱਗ 'ਚੋਂ ਕੱਢ ਲਾ, ਸੜੀ ਜਾਂਦੇ, ਬਚਾ। ਉੱਥੇ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਤਾਂ ਨਹੀਂ ਕਹਿੰਦੇ ਸੜੇ ਤੁਸੀਂ, ਪਰ ਕਰਦੇ ਵੀ ਮਨੋਂ ਤਨੋਂ ਸੀ। ਅੱਜ ਵੀ ਮਨੋਂ ਤਨੋਂ ਸਾਨੂੰ ਕਰਨਾ ਪਊਗਾ, ਪਰ ਅੱਜ ਮਨੋਂ ਤਨੋਂ ਕਰਨ ਵਾਸਤੇ ਪੂਰੇ ਗੁਰੂ ਦਾ ਗਿਆਨ ਚਾਹੀਦਾ ਹੈ, ਪੂਰੇ ਗੁਰੂ ਨੂੰ ਸਮਰਪਣ ਚਾਹੀਦਾ ਹੈ। ਫਿਰ ਕਹਿੰਦੇ ਬਿਖਮ ਥਾਮ ਜਿਨ ਰੱਖਿਆ ਤੇ ਸਤਿਲ ਨਾ ਵਿਸਾਰ। ਗੁਰੂ ਸਾਹਿਬ ਕਹਿੰਦੇ ਫਿਰ ਜੇ ਤੈਨੂੰ ਵੇਖ ਤੂੰ ਆਪਦੀ ਹਿਸਟਰੀ ਯਾਦ ਕਰ, ਤੈਨੂੰ ਇੰਨੀ ਭਿਆਨਕ ਥਾਂ ਉਹਨੇ ਰੱਖਿਆ ਹੈ, ਅੱਜ ਵੀ ਤੂੰ ਬੜੇ ਭਿਆਨਕ ਜਗ੍ਹਾ 'ਚ ਫਸਦਾ ਜਾ ਰਿਹਾ। ਲੋਭ ਮੋਹ ਹੰਕਾਰ ਇਹ ਤੈਨੂੰ ਦੁੱਖ ਦੇ ਰਹੇ, ਅੱਜ ਵੀ ਉਹਨੂੰ ਯਾਦ ਕਰ। ਇੱਕ ਨਿਮਖ ਵੀ, ਇੱਕ ਤਿਲ ਭਰ ਵੀ ਨਾ ਵਿਸਰ ਉਹਨੂੰ, 24 ਘੰਟੇ ਯਾਦ ਰੱਖ। ਰਤਾ ਭਰ ਵੀ ਨਾ ਭੁੱਲ, ਤੇ ਅਸੀਂ ਤਾਂ ਸਾਰੀ ਉਮਰ ਭੁੱਲੇ ਰਹਿੰਦੇ, ਸਾਡੇ ਇੱਕ ਸਕਿੰਟ ਹੀ ਨਹੀਂ ਯਾਦ ਆਉਂਦਾ। ਤੇ ਗੁਰੂ ਸਾਹਿਬ ਕਹਿੰਦੇ ਇੱਕ ਸਕਿੰਟ ਭੁੱਲਣਾ ਨਹੀਂ ਹੈ ਜੀ, ਅਵਸਥਾ 'ਤੇ ਜਾਣਾ ਸੀ। 24 ਘੰਟੇ ਯਾਦ ਰਹਿਣਾ ਚਾਹੀਦਾ, ਤੇ ਰਾਤ ਉੱਠਦੇ ਬਹਿੰਦੇ ਖਾਂਦੇ ਪੀਂਦਿਆਂ ਸੌਂਦਿਆਂ ਵੀ ਉਹਦੀ ਯਾਦ ਹੋਣੀ ਚਾਹੀਦੀ ਹੈ। ਕੰਮ ਕਰਦਿਆਂ ਯਾਦ ਕਰਨਾ ਚਾਹੀਦਾ ਹੈ। ਪ੍ਰਭ ਬਿਸਰਤ ਸੁਖ ਕਦੇ ਨਹੀਂ, ਜਾਸੇ ਜਨਮ ਹਾਰ। ਗੁਰੂ ਸਾਹਿਬ ਕਹਿੰਦੇ ਫਿਰ ਯਾਦ ਰੱਖੀ, ਜੇ ਮੇਰੇ ਆਖੇ ਨਹੀਂ ਲੱਗੇਗਾ, ਤੂੰ ਆਖਦਾ ਮੈਂ ਦੁਨੀਆ ਦਾ ਧਨ ਇਕੱਠਾ ਕਰਕੇ ਸੁਖੀ ਹੋ ਜਾਊਗਾ, ਗੁਰੂ ਸਾਹਿਬ ਕਹਿੰਦੇ ਭੁੱਲ ਜਾ। ਇੱਥੇ ਸਰਵ ਸ੍ਰਿਸ਼ਟ ਕਾ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸਕਿਆ। ਬਸ ਗੁਰੂ ਸਾਹਿਬ ਕਹਿੰਦੇ ਜਿੰਨਾ ਮਰਜ਼ੀ ਅਮੀਰ ਬਣ ਜਾ, ਦੁਖੀ ਰਹੇਗਾ। ਪਰ ਜਿਹੜੇ ਕੋਲੇ ਪਰਮਾਤਮਾ ਦਾ ਸਿਮਰਨ ਹੈ, ਉਹ ਭਾਵੇਂ ਅਮੀਰ ਹੈ ਤੇ ਭਾਵੇਂ ਗਰੀਬ ਹੈ, ਉਹ ਸੁਖੀ ਹੋ ਸਕਦਾ, ਦੂਜਾ ਨਹੀਂ ਹੋ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਉਹਨੂੰ ਭੁੱਲਿਆ ਰਿਹਾ, ਯਾਦ ਨਹੀਂ ਆਇਆ, ਉਹਦਾ ਸਿਮਰਨ ਨਹੀਂ ਕੀਤਾ, ਤੈਨੂੰ ਸੁੱਖ ਵੀ ਨਹੀਂ ਮਿਲਣੇ, ਸਾਰੀ ਉਮਰ ਐ ਦੁਖੀ ਜਾਏਗਾ, ਤੇ ਜਨਮ ਵੀ ਗਵਾ ਕੇ ਜਾਏਗਾ। ਉਹਦਾ ਜਿਹੜਾ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ ਉਹ ਵੀ ਤੇਰੀ ਖਤਮ ਹੋ ਜਾਣੀ, ਫਿਰ ਔਖਾ ਹੋਏਗਾ, ਬੜਾ ਪਛਤਾਏਗਾ। ਗੁਰੂ ਸਾਹਿਬ ਕਹਿੰਦੇ ਜਿੱਦਣ ਮੌਤ ਹੋਣੀ ਹੈ ਤੇਰੀ। ਸਲੋਕ ਕੋਈ ਅਵਰ ਨ ਤੇਰੀ ਪਾਤੇ, ਅਵਰ ਨ ਤੇਰੀ ਪਾਤੇ।